हेलो फ्रेंड्स, ਅੱਜ ਅਸੀਂ ਕਰਾਂਗੇ ਚੈਪਟਰ ਨੰਬਰ 1 10ਵੀਂ ਕਲਾਸ ਆ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨਾਂ। ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਸ ਚੈਪਟਰ ਦੇ ਬਾਰੇ ਜਿੰਨੇ ਟੌਪਿਕ ਅਸੀਂ ਡਿਸਕਸ ਕਰਨੇ ਆ ਉਹਨਾਂ ਬਾਰੇ ਥੋੜਾ ਜਿਹਾ ਦੱਸ ਦਿਆਂ। ਸੋ ਪਹਿਲਾ ਟੌਪਿਕ ਹੈ ਰਸਾਇਣਿਕ ਕਿਰਿਆ ਕੀ ਹੁੰਦੀ ਹੈ, ਰਸਾਇਣਿਕ ਸਮੀਕਰਨ ਤੋਂ ਕੀ ਭਾਵ ਹੈ, ਸੰਤੁਲਿਤ ਰਸਾਇਣਿਕ ਸਮੀਕਰਨ ਕੀ ਹੁੰਦੀ ਹੈ, ਰਸਾਇਣਿਕ ਕਿਰਿਆਵਾਂ ਦੀ किस्मां जिवें संयोजन क्रिया, अपघटन क्रिया, विस्थापन क्रिया, दोहरा विस्थापन क्रिया। फिर ਅਸੀਂ ਪੜਾਂਗੇ ਆਕਸੀਕਰਨ ਅਤੇ ਲਘੂਕਰਨ, ਫਿਰ ਖੋਰਨ और ਲਾਸਟ ਵਿੱਚ ਅਸੀਂ ਆਰਟੀਕਲ ਡਿਸਕਸ ਕਰਾਂਗੇ ਦੁਰਗੰਧਤਾ। ਸਭ ਤੋਂ ਪਹਿਲਾਂ ਰਸਾਇਣਿਕ ਕਿਰਿਆ ਤੋਂ ਕੀ ਭਾਵ ਹੈ। ਰਸਾਇਣਿਕ ਕਿਰਿਆ ਯਾਨੀ ਉਹ ਚੀਜ਼ ਜਿਹਦੇ ਵਿੱਚ ਕੁਝ ਨਾ ਕੁਝ ਚੀਜ਼ਾਂ ਆਪਸ ਵਿੱਚ ਮਿਲ ਕੇ ਇੱਕ ਨਵੀਂ ਚੀਜ਼ ਬਣਾਉਂਦੀ ਹੈ। ਜਿਹੜੀ ਚੀਜ਼ਾਂ ਮਿਲ ਰਹੀਆਂ ਅਸੀਂ ਉਹਨੂੰ ਕਹਿੰਦੇ ਅਭਿਕਾਰਕ ਜਾਂ ਰਿਐਕਟੈਂਟ, ਔਰ ਜਿਹੜੀ ਚੀਜ਼ ਬਣ ਰਹੀ ਹੈ ਅਸੀਂ ਉਸ ਨੂੰ ਕਹਿੰਦੇ ਉਤਪਾਦ ਯਾਨੀ ਪ੍ਰੋਡਕਟ। ਯਾਨੀ ਰਸਾਇਣਿਕ ਕਿਰਿਆ ਇੱਕ ਉਹ ਚੀਜ਼ ਹੈ ਜਿਹਦੇ ਵਿੱਚ ਦੋ ਜਾਂ ਦੋ ਤੋਂ ਵੱਧ ਜਾਂ ਇੱਕੋ ਹੀ ਚੀਜ਼ ਆਪਸ ਵਿੱਚ ਕਿਰਿਆ ਕਰਕੇ ਕੋਈ ਨਵੀਂ ਚੀਜ਼ ਬਣਾਉਂਦੀ ਹੈ, ਅਸੀਂ ਉਸ ਨੂੰ ਕੀ ਕਹਿੰਦੇ ਹਾਂ, ਰਸਾਇਣਿਕ ਕਿਰਿਆ। ਸਾਨੂੰ ਕਿਵੇਂ ਪਤਾ ਚੱਲਦਾ ਹੈ ਕਿ ਰਸਾਇਣਿਕ ਕਿਰਿਆ ਹੋ ਰਹੀ ਹੈ ਨਹੀਂ ਹੋ ਰਹੀ। ਅਸੀਂ ਉਹਦੇ ਵਿੱਚ ਕੁਝ ਚੇਂजेस ਨੋਟ ਕਰਦੇ ਹਾਂ, ਜਿਵੇਂ ਉਹਦੇ ਚ ਕੋਈ ਸਮੈਲ, ਆਰਡਰ, ਖੁਸ਼ਬੂ ਜਾਂ ਕੋਈ ਗੰਦੀ ਸਮੈਲ, ਫਾਊਲ ਸਮੈਲ ਆ ਰਹੀ ਹੈ, ਇਹਦਾ ਮਤਲਬ ਉੱਥੇ ਕੁਝ ਨਾ ਕੁਝ ਹੋ ਰਿਹਾ ਹੈ। ਜਾਂ ਉਹਦੇ ਚ ਰੰਗ ਦਾ ਪਰਿਵਰਤਨ ਹੋ ਰਿਹਾ, ਕੋਈ ਖਾਸ ਰੰਗ ਦਾ ਕੋਈ ਕੈਮੀਕਲ ਬਣ ਰਿਹਾ, ਜਾਂ ਉਹਦੇ ਚ ਤਾਪਮਾਨ ਚੇਂਜ ਹੋ ਰਿਹਾ, ਤਾਪਮਾਨ ਵਧ ਰਿਹਾ ਜਾਂ ਤਾਪਮਾਨ ਘਟ ਰਿਹਾ, ਜਾਂ ਉਹਦੇ ਵਿੱਚ ਕੁਝ ਅਵਖੇਪ ਬਣ ਰਿਹਾ, ਥੱਲੇ ਕੋਈ ਚੀਜ਼ ਬੈਠ ਰਹੀ ਹੈ। ਸੋ ਸਾਨੂੰ ਪਤਾ ਚੱਲ ਜਾਂਦਾ ਕਿ ਰਸਾਇਣਿਕ ਕਿਰਿਆ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਸੋ ਇਸ ਤੋਂ ਪਹਿਲਾਂ ਕਿ ਮੈਂ ਰਸਾਇਣਿਕ ਕਿਰਿਆ ਬਾਰੇ ਦੱਸਾਂ, ਮੈਂ ਥੋੜਾ ਜਿਹਾ ਪਾਰਟ ਪਿੱਛੇ ਲੈ ਕੇ ਚੱਲਦਾ। ਜਿਸ ਤਰ੍ਹਾਂ ਅਵਸਥਾ, ਸਟੇਟਸ ਆਫ ਮੈਟਰ, ਯਾਨੀ ਜਿਹੜੇ ਪਦਾਰਥ ਸਾਡੇ ਵਿੱਚ ਹੈ ਉਹ ਕਿੰਨੀਆਂ ਅਵਸਥਾਵਾਂ 'ਚ ਹੈ। ਸਾਡੇ ਤਿੰਨ तरह के असी पदार्थ पढ़ने हैं, सॉलिड यानी ठोस, लिक्विड यानी तरल, गैस। सो तीन तरह के पदार्थ है, ठोस, तरल अते गैस। ठोस असी किस नूं आखदे हन, ਉਹ चीज़ां जिन्हां दी फिजिकल स्टेट, जिन्हां दी अवस्था ठोस आ, जिन्हां नूं असीं दब नहीं सकते, असीं उन्हां नूं की कहने आ, ठोस कहने आ। सो पहला पार्ट है ठोस, सॉलिड। ये वो स्टेट है जिसकी डेफिनेट शेप होंदी है ते वॉल्यूम होंदा, यानी ਉਹਦੀ आकार, शेप, शक्ल चेंज नहीं होंदी, जिसका आयतन फिक्स रहता, ਅਸੀਂ ਉਹਨੂੰ ਕਹਿੰਦੇ ਠੋਸ। ਇਹਦੇ ਵਿੱਚ ਜਿਹੜੇ ਤੱਤ ਹੁੰਦੇ ਆ ਉਹ ਇੱਕ ਦੂਜੇ ਨਾਲ ਬਹੁਤ ਤਗੜੀ ਫੋਰਸ ਨਾਲ, ਬਹੁਤ ਸਟਰੋਂਗ ਫੋਰਸਸ ਨਾਲ ਜੁੜੇ ਹੁੰਦੇ ਆ, ਜਿਸ ਕਰਕੇ ਉਹਨਾਂ ਦੀ ਮੂਵਮੈਂਟ ਨਹੀਂ ਹੁੰਦੀ। ਇਹ ਆਪਣੀ ਅਵਸਥਾ ਚੇਂਜ ਨਹੀਂ ਕਰਦੇ। ਇਹਨਾਂ ਨੂੰ ਅਸੀਂ ਜ਼ਿਆਦਾ ਕੰਪਰੈਸ ਵੀ ਨਹੀਂ ਕਰ ਸਕਦੇ, ਪ੍ਰੈਸ ਵੀ ਨਹੀਂ ਕਰ ਸਕਦੇ। ਦੂਸਰੀ ਅਵਸਥਾ ਹੈ ਤਰਲ, ਲਿਕੁਇਡ। ਇਹ ਉਹ ਅਵਸਥਾ ਹੈ ਜਿਹਦਾ ਵੋਲਿਊਮ ਤਾਂ ਡੈਫੀਨੇਟ ਹੈ, ਪਰ ਇਹਦੀ ਸ਼ੇਪ ਜਿਹੜੀ ਆ ਉਹ ਡੈਫੀਨੇਟ ਨਹੀਂ ਹੈ। ਯਾਨੀ ਜਿਹੜੀ ਅਵਸਥਾ ਉਹ ਚੇਂਜ ਹੁੰਦੀ ਰਹਿੰਦੀ ਹੈ, ਸ਼ੇਪ, ਸ਼ਕਲ ਚੇਂਜ ਹੁੰਦੀ ਰਹਿੰਦੀ ਹੈ। ਜਿਵੇਂ ਬਹੁਤ ਸਿੰਪਲ ਜੀ ਉਦਾਹਰਣ, ਜੇ ਅਸੀਂ ਕੋਲਡ ਡਰਿੰਕ ਲੈਨੇ ਆ, ਕੋਕ, ਅਸੀਂ ਉਹਨੂੰ ਬੋਟਲ 'ਚ ਪਾਇਆ, 200 ml ਦੀ ਬੋਟਲ ਆ, ਉਹ 'ਚ ਤਰਲ ਆ, ਤਾਂ ਉਹ 200 ml ਹੀ ਰਹਿੰਦਾ ਆ। ਚਾਹੇ ਤੁਸੀਂ ਉਹਨੂੰ ਜੱਗ 'ਚ ਪਾ ਦਿਓ, ਚਾਹੇ ਉਹਨੂੰ ਗਲਾਸ 'ਚ ਪਾ ਦਿਓ, ਚਾਹੇ ਤੁਸੀਂ ਉਹਨੂੰ ਕਿਸੇ ਵੀ ਚੀਜ਼ 'ਚ ਪਾ ਦਿਓ, ਉਹਦੀ ਵੋਲਿਊਮ ਚੇਂਜ, ਉਹਦਾ ਆਇਤਨ ਚੇਂਜ ਨਹੀਂ ਹੁੰਦਾ। ਉਹਦਾ ਆਇਤਨ ਕਿੰਨਾ ਰਹਿੰਦਾ ਹੈ, 200। ਪਰ ਉਹਦੀ ਜਿਹੜੀ ਸ਼ਕਲ ਆ ਉਹ ਉਸ ਚੀਜ਼ ਤੇ ਡਿਪੈਂਡ ਕਰਦੀ ਕਿ ਉਹਨੂੰ ਤੁਸੀਂ ਕਿਸ ਕੰਟੇਨਰ 'ਚ, ਕਿਸ ਬਰਤਨ 'ਚ ਉਹਨੂੰ ਰੱਖਿਆ ਗਿਆ। ਤੀਸਰੀ ਚੀਜ਼ ਹੈ ਗੈਸ। ਇਹ ਮਾਦਾ ਦੀ, ਮੈਟਰ ਦੀ ਉਹ ਅਵਸਥਾ ਹੈ ਜਿਹੜਾ ਨਾ ਤਾਂ ਡੈਫੀਨਿਟ ਵੋਲਿਊਮ ਹੈ और ना ही डेफिनेट शेप है। दोनों चीजें चेंज होती रहती हैं।
ਜਿਵੇਂ ਅਸੀਂ ਸਿਲੰਡਰ ਦੇ ਵਿੱਚ ਗੈਸ ਭਰੀ ਹੋਈ ਹੈ, ਉਸ ਸਿਲੰਡਰ ਦੇ ਵਿੱਚ ਜਿਹੜੀ ਗੈਸ ਦਾ ਜਿਹੜਾ ਸ਼ੇਪ ਆ ਉਹ ਸਿਲੰਡਰ ਵਰਗੀ ਆ ਔਰ ਉਹਦਾ ਆਇਤਨ ਵੀ ਉਨਾ ਹੀ ਹੈ। ਪਰ ਜਦੋਂ ਗੈਸ ਲੀਕ ਕਰਕੇ ਪੂਰੇ ਕਮਰੇ 'ਚ ਫੈਲ ਗਈ ਤਾਂ ਉਹਦਾ ਜਿਹੜਾ ਵੋਲਿਊਮ ਆ ਉਹ ਕਮਰੇ ਜਿੰਨਾ ਹੋ ਗਿਆ ਔਰ ਜਿਹੜੀ ਉਹਦੀ ਸ਼ੇਪ ਆ ਉਹ ਵੀ ਕਿਹਦੇ ਵਰਗੀ ਹੋ ਗਈ, ਕਮਰੇ ਵਰਗੀ। ਅਗਲੀ ਚੀਜ਼ ਜਿਹੜੀ ਆ, ਇਹ ਤਿੰਨੋਂ ਜਿਹੜੀਆਂ ਅਵਸਥਾਵਾਂ, ਇਹ ਤਿੰਨੋਂ ਅਵਸਥਾ ਆਪਸ ਵਿੱਚ ਇੰਟਰਚੇਂਜੇਬਲ, ਆਪਸ ਵਿੱਚ ਚੇਂਜ ਹੁੰਦੀਆਂ ਰਹਿੰਦੀਆਂ। ਅਸੀਂ ਇਹ ਨਹੀਂ ਕਹਿ ਸਕਦੇ ਇਹ ਅਵਸਥਾ ਹੈ ਮੈਟਰ ਦੀ, ਇੱਕ ਮਾਦਾ ਦੀ ਅਵਸਥਾ ਹੈ ਔਰ ਇਹ ਜਿਹੜੀ ਹੈ ਚੇਂਜ ਹੋ ਸਕਦੀ ਹੈ, ਇੰਟਰ ਕਨਵਰਟੇਬਲ ਹੈ। ਗੈਸ ਇਹ ਸੋਲਿਡ ਨਾਲ ਵੀ ਜੁੜੀ ਹੋਈ ਹੈ, ਇਹ ਲਿਕੁਇਡ ਨਾਲ ਵੀ ਜੁੜੀ ਹੋਈ ਹੈ। ਇਸ ਤਰ੍ਹਾਂ ਲਿਕੁਇਡ ਸੋਲਿਡ ਨਾਲ ਵੀ ਜੁੜਿਆ ਹੋਇਆ ਹੈ, ਗੈਸ ਨਾਲ ਵੀ ਜੁੜਿਆ ਹੋਇਆ ਹੈ। ਸੋਲਿਡ ਦਾ ਗੈਸ ਵਿੱਚ ਕਨਵਰਟ ਹੋਣਾ ਅਸੀਂ ਉਹਨੂੰ ਕਹਿੰਦੇ ਆ ਮੈਲਟਿੰਗ, ਮੈਲਟਿੰਗ। ਲਿਕੁਇਡ ਦਾ ਗੈਸ ਵਿੱਚ ਕਨਵਰਟ ਹੋਣਾ ਅਸੀਂ ਉਹਨੂੰ ਕਹਿੰਦੇ ਆ ਵੇਪੋਰਾਈਜੇਸ਼ਨ। ਸੋਲਿਡ ਦਾ ਗੈਸ ਵਿੱਚ ਕਨਵਰਟ ਹੋਣਾ ਅਸੀਂ ਉਹਨੂੰ ਕਹਿੰਦੇ ਆ ਸਬਲੀਮੇਸ਼ਨ, ਜਿਹਨੂੰ ਜੌਹਰ ਉਡਾਣਾ ਵੀ ਕਹਿੰਦੇ, ਜੌਹਰ ਉਡਾਣਾ, ਸੋਲਿਡ ਤੋਂ ਗੈਸ ਬਣਨਾ। ਇਹ ਤਿੰਨੋਂ ਅਵਸਥਾਵਾਂ ਆਪਸ ਵਿੱਚ ਚੇਂਜ ਹੁੰਦੀਆਂ ਰਹਿੰਦੀਆਂ ਅਲੱਗ-ਅਲੱਗ ਤਾਪਮਾਨ ਤੇ ਇੱਕੋ ਚੀਜ਼ ਅਵਸਥਾ 'ਚ ਐਗਜ਼ਿਸਟ ਕਰਦੀ ਹੈ। ਜਿਸ ਤਰ੍ਹਾਂ ਪਾਣੀ ਹੈ, ਪਾਣੀ ਅਗਰ ਤਾਪਮਾਨ 0 ਡਿਗਰੀ ਤੋਂ ਥੱਲੇ ਹੈ, 0 ਡਿਗਰੀ ਤੋਂ ਥੱਲੇ, ਤਾਂ ਪਾਣੀ ਜਿਹੜਾ ਆ ਉਹ ਠੋਸ ਅਵਸਥਾ 'ਚ ਹੁੰਦਾ ਹੈ। ਅਗਰ ਅਸੀਂ ਪਾਣੀ ਦਾ ਤਾਪਮਾਨ ਵਧਾ ਦਈਏ, ਪਾਣੀ ਦਾ ਤਾਪਮਾਨ ਅਸੀਂ ਕਰ ਦਈਏ 0 ਤੋਂ ਵਧਾ ਕੇ 4, 5, 10 ਡਿਗਰੀ ਕਰ ਦਈਏ ਤਾਂ ਉਹ ਤਰਲ ਅਵਸਥਾ 'ਚ ਆ ਜਾਂਦਾ ਹੈ। ਪਰ ਜਦੋਂ ਪਾਣੀ ਦਾ ਤਾਪਮਾਨ ਅਸੀਂ 100 ਡਿਗਰੀ ਪਾਰ ਕਰ ਦਈਏ, 100 ਡਿਗਰੀ ਸੈਲਸੀਅਸ ਪਾਰ ਕਰ ਦਈਏ, ਤਾਂ ਇਹ ਜਿਹੜੀ ਆ ਇਹ ਵੇਪਰ ਫਾਰਮ 'ਚ, ਗੈਸ ਦੀ ਅਵਸਥਾ 'ਚ ਭਾਫ ਬਣ ਜਾਂਦਾ ਹੈ। ਸੋ ਤਿੰਨੋਂ ਅਵਸਥਾਵਾਂ, ਪਾਣੀ ਦੀ ਤਿੰਨੋਂ ਅਵਸਥਾਵਾਂ ਹੁੰਦੀਆਂ ਅਲੱਗ-ਅਲੱਗ ਤਾਪਮਾਨ ਤੇ ਇਹਨਾਂ ਦੀ ਅਲੱਗ-ਅਲੱਗ ਅਵਸਥਾ। ਸੋ ਰਸਾਇਣਿਕ ਕਿਰਿਆ ਉਹ ਹੁੰਦੀ ਹੈ ਜਿਹਦੇ 'ਚ ਅਵਸਥਾ ਦਾ ਪਰਿਵਰਤਨ ਹੁੰਦਾ ਹੈ। ਸੋ ਸਾਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਮਾਦੇ ਦੀ ਅਵਸਥਾ ਅਲੱਗ-ਅਲੱਗ ਹੁੰਦੀਆਂ ਹਨ, ਠੋਸ, ਤਰਲ ਤੇ ਗੈਸ। ਸੋ ਅਗਰ ਅਵਸਥਾ ਵਿੱਚ ਪਰਿਵਰਤਨ ਹੋ ਰਿਹਾ ਹੈ ਇਹਦਾ ਮਤਲਬ ਰਸਾਇਣਿਕ ਕਿਰਿਆ ਚੱਲ ਰਹੀ ਹੈ। ਸੋ ਸਾਨੂੰ ਸਭ ਤੋਂ ਪਹਿਲਾਂ ਰਸਾਇਣਿਕ ਕਿਰਿਆ ਸਮਝਣ ਤੋਂ ਪਹਿਲਾਂ ਸਾਨੂੰ ਅਵਸਥਾ ਬਾਰੇ ਪਤਾ ਹੋਣਾ ਚਾਹੀਦਾ ਕਿ ਕੋਈ ਵੀ ਕਿਰਿਆ ਜਿਹਦੇ ਵਿੱਚ ਅਵਸਥਾ ਦਾ ਪਰਿਵਰਤਨ ਹੋ ਰਿਹਾ ਹੈ ਇਹਦਾ ਮਤਲਬ ਉੱਥੇ ਰਸਾਇਣਿਕ ਕਿਰਿਆ ਵੀ ਚੱਲ ਰਹੀ ਹੈ। ਹੁਣ ਮੈਂ ਤੁਹਾਨੂੰ ਇੱਕ ਰਸਾਇਣਿਕ ਕਿਰਿਆ ਜੋ ਕਿ ਸਾਡੇ 10ਵੀਂ ਦੇ ਪ੍ਰਯੋਗ ਦੇ ਵਿੱਚ ਵੀ ਹੈ, ਕਿਰਿਆਵਾਂ ਦੇ ਵਿੱਚ ਮੈਗਨੀਸ਼ੀਅਮ ਦੀ ਆਕਸੀਜਨ ਨਾਲ ਕਿਰਿਆ ਉਹ ਹੈ, ਉਹ ਮੈਂ ਤੁਹਾਨੂੰ ਇੱਕ ਵਾਰੀ ਕਰਕੇ ਦੱਸਾਂਗਾ ਉਹ ਅਸੀਂ ਕਿਵੇਂ ਪਰਫਾਰਮ ਕਰਦੇ ਹਾਂ ਲੈਬ ਦੇ ਵਿੱਚ। ਸਾਨੂੰ ਮੈਗਨੀਸ਼ੀਅਮ ਨੂੰ ਜਦੋਂ ਅਸੀਂ ਚਲਾਉਂਦੇ ਹਾਂ ਸਾਡੇ ਕੋਲ ਇੱਕ ਮੈਗਨੀਸ਼ੀਅਮ ਰਿਬਨ ਦੀ ਫਾਰਮ ਹੁੰਦਾ ਹੈ। ਉਹਨੂੰ ਪਕੜਨ ਵਾਸਤੇ ਸਾਨੂੰ ਇੱਕ ਹੋਲਡਰ, ਚਿਮਟੀ ਦੀ ਲੋੜ ਹੈ, ਬਰਨਰ ਦੀ ਲੋੜ ਹੈ ਔਰ ਜਦੋਂ ਕਿਰਿਆ ਹੋ ਜਾਂਦੀ ਹੈ ਉਹ ਜਿਹੜਾ ਅਵਸ਼ੇਸ਼ ਬਚਦਾ ਹੈ ਸਾਨੂੰ ਉਹਨੂੰ ਕਲੈਕਟ ਕਰਨ ਵਾਸਤੇ ਸਾਨੂੰ ਇੱਕ ਵਾਚ ਗਲਾਸ, ਇੱਕ ਕੱਚ ਦੀ ਪਲੇਟ ਦੀ ਵੀ ਜ਼ਰੂਰਤ ਹੁੰਦੀ ਹੈ। ਸੋ ਜਦੋਂ ਅਸੀਂ ਮੈਗਨੀਸ਼ੀਅਮ ਦੀ ਆਕਸੀਜਨ ਨਾਲ ਕਿਰਿਆ ਕਰਦੇ ਹਾਂ ਬਹੁਤ ਜ਼ਿਆਦਾ ਤੇਜ਼ ਲਾਈਟ ਨਿਕਲਦੀ ਹੈ ਬਾਹਰ, ਅੱਖਾਂ ਨੂੰ ਚੁਭਦੀ ਹੈ ਉਹ ਔਰ ਇੱਕ ਚਿੱਟੇ ਰੰਗ ਦਾ ਪਾਊਡਰ ਬਣ ਜਾਂਦਾ, ਚਿੱਟੇ ਰੰਗ ਦਾ ਪਾਊਡਰ ਜਿਸ ਨੂੰ ਅਸੀਂ ਵਾਚ ਗਲਾਸ ਤੇ ਇਕੱਠਾ ਕਰ ਲੈਂਦੇ ਹਾਂ। ਇਸ ਪ੍ਰਯੋਗ ਦੇ ਵਿੱਚ ਬਹੁਤ ਧਿਆਨਯੋਗ ਦੇਣ ਵਾਲੀਆਂ ਗੱਲਾਂ ਵੀ ਹਨ। ਜਿਵੇਂ ਅਸੀਂ ਮੈਗਨੀਸ਼ੀਅਮ ਰਿਬਨ ਲੈਂਦੇ ਹਾਂ, ਮੈਗਨੀਸ਼ੀਅਮ ਰਿਬਨ ਲੈ ਕੇ ਜੇ ਅਸੀਂ ਉਹਨੂੰ ਸਟ੍ਰੇਟ ਸਿੱਧਾ ਹੀ ਅਸੀਂ ਕਰਕੇ ਉਹਨੂੰ ਬਰਨਰ ਦੇ ਉੱਪਰ ਅਸੀਂ ਉਹਨੂੰ ਅੱਗ ਲਾਉਂਦੇ ਹਾਂ ਤਾਂ ਕਦੀ ਵੀ ਉਹ ਮੈਗਨੀਸ਼ੀਅਮ ਰਿਬਨ ਜਲਦੀ ਜਲਦਾ ਨਹੀਂ ਹੈ, ਬਹੁਤ ਟਾਈਮ ਲੈਂਦਾ। ਉਹਦਾ ਇੱਕ ਕਾਰਨ ਹੈ ਕਿ ਜਿਹੜਾ ਮੈਗਨੀਸ਼ੀਅਮ ਸਾਡੀ ਲੈਬ ਦੇ ਵਿੱਚ ਪਿਆ ਹੈ ਉਹਦੇ ਉੱਪਰ ਇੱਕ ਰਸਟ, ਇੱਕ ਲੇਅਰ ਜੰਮ ਜਾਂਦੀ ਹੈ, ਜੰਗਾਲ ਦੀ ਲੇਅਰ ਜੰਮ ਜਾਂਦੀ ਹੈ, ਮੈਗਨੀਸ਼ੀਅਮ ਆਕਸਾਈਡ ਬਣ ਜਾਂਦਾ ਪਹਿਲਾਂ ਹੀ ਉਹਦੇ ਉੱਪਰ। ਸੋ ਉਹ ਅੱਗੇ ਉਹਨੂੰ ਕਿਰਿਆ ਨਹੀਂ ਹੋਣ ਦਿੰਦਾ, ਉਹਨੂੰ ਅਕਿਰਿਆਸ਼ੀਲ ਬਣਾ ਦਿੰਦਾ, ਅਕਿਰਿਆਸ਼ੀਲ। ਸੋ ਸਭ ਤੋਂ ਜ਼ਰੂਰੀ ਪਹਿਲਾ ਜਿਹੜਾ ਪੱਖ ਆ ਉਹ ਰਸਾਇਣਿਕ ਕਿਰਿਆ ਦਾ ਉਹ ਇਹ ਆ ਕਿ ਅਸੀਂ ਉਹਨੂੰ ਮੈਗਨੀਸ਼ੀਅਮ ਰਿਬਨ ਨੂੰ ਪਹਿਲਾਂ ਉਹਨੂੰ ਰਗੜ ਕੇ ਸੈਂਡ ਪੇਪਰ ਦੇ ਉੱਪਰ ਅਸੀਂ ਉਹਦੀ ਸਰਫੇਸ ਨੂੰ ਕਲੀਨ ਕਰਨਾ, ਸਾਫ਼ ਕਰਨਾ। ਫਿਰ ਦੂਸਰਾ, ਇਸ ਨੂੰ ਚਿਮਟੀ ਨਾਲ ਪਕੜਨਾ, ਕਦੀ ਵੀ ਰਿਬਨ ਨੂੰ ਹੱਥ ਤੇ ਨਹੀਂ ਪਕੜਨਾ ਕਿਉਂਕਿ ਅਤੀ ਜਵਲਨਸ਼ੀਲ ਪਦਾਰਥ ਹੈ, ਬਹੁਤ ਜਲਦੀ ਨੂੰ ਅੱਗ ਲੱਗ ਜਾਂਦੀ ਹੈ ਬਾਅਦ ਚੋਂ। ਅਸੀਂ ਉਹਨੂੰ ਹੋਲਡਰ 'ਚ ਟੈਸਟ, ਉਹਨੂੰ ਹੋਲਡਰ 'ਚ ਪਕੜ ਲਈਦਾ, ਇੱਕ ਹੋਲਡਰ ਦੇ ਵਿੱਚ ਚਿਮਟੀ ਫੜ ਲਈਦਾ, ਫਿਰ ਉਹਨੂੰ ਅਸੀਂ ਰਿਬਨ ਦੇ ਥੱਲੇ ਉਹਨੂੰ ਬਰਨਰ ਜਲਾ ਕੇ ਉਹਨੂੰ ਅੱਗ ਲਗਾ ਦਈਦੀ ਹੈ। ਔਰ ਇਹਦੇ 'ਚ ਵੀ ਇੱਕ ਧਿਆਨ ਦੇਣ ਯੋਗ ਗੱਲ ਹੈ ਕਿ ਜਦੋਂ ਇਹਨੂੰ ਅੱਗ ਲੱਗਦੀ ਹੈ ਬਹੁਤ ਤੇਜ਼ ਲਾਈਟ ਨਿਕਲਦੀ ਹੈ ਜਿਹੜੀ ਕਿ ਅੱਖਾਂ ਨੂੰ ਇੱਕਦਮ ਚੁੰਦਿਆ ਜਾਂਦੀ ਹੈ, ਅੱਖਾਂ ਜਿਹਦੇ ਨਾਲ ਜਿਹੜੇ ਅੱਖਾਂ 'ਚ ਲਾਈਟ ਪੈਂਦੀ ਹੈ। ਸੋ ਇਸ ਕਰਕੇ ਇਹ ਜਦੋਂ ਵੀ ਪ੍ਰਯੋਗ ਕਰਨਾ ਇਹ ਆਪਣੇ ਅੱਖਾਂ ਤੋਂ ਦੂਰ ਕਰਕੇ ਇੱਕਦਮ ਜ਼ਿਆਦਾ ਫੋਕਸ ਨਹੀਂ ਕਰਨਾ, ਉਹਦੇ ਉੱਪਰ ਧਿਆਨ ਨਹੀਂ ਦੇਣਾ ਕਿ ਉਹਦੇ ਉੱਪਰ ਲਾਈਟ ਦੇ ਉੱਪਰ। ਔਰ ਹੋ ਸਕੇ ਤਾਂ ਗੋਗਲਸ ਪਾ ਕੇ ਜੇ ਇਹ ਪ੍ਰਯੋਗ ਕੀਤਾ ਜਾਵੇ ਤਾਂ ਬਹੁਤ ਹੀ ਲਾਹੇਵੰਦ ਹੈ,
फिर ਅਸੀਂ ਕੀ ਕਰਦੇ ਆ, ਇਹਨੂੰ ਜਦੋਂ ਜਲਾਉਂਦੇ ਆ, ਜਲਾ ਕੇ ਜੋ ਇਹ ਤੋਂ ਚਿੱਟੇ ਰੰਗ ਦਾ ਪਾਊਡਰ ਬਣਦਾ ਅਸੀਂ ਉਹਨੂੰ ਵਾਚ ਗਲਾਸ ਤੇ ਲੈ ਲੈਂਦੇ ਆ। ਸੋ ਦੋ ਤਿੰਨ ਚੀਜ਼ਾਂ ਧਿਆਨ ਦੇ ਯੋਗ ਆ। ਇੱਕ ਨੰਬਰ 1 ਕਿ ਇਹਦੇ ਜਿਹੜਾ ਮੈਗਨੀਸ਼ੀਅਮ ਰਿਬਨ ਆ ਉਸ ਰਿਬਨ ਨੂੰ ਆਪਾਂ ਰਗੜ ਕੇ ਸਾਫ਼ ਕਰਕੇ ਰਿਐਕਸ਼ਨ ਰਸਾਇਣਿਕ ਕਿਰਿਆ ਸਟਾਰਟ ਕਰਨੀ ਹੈ, ਨਹੀਂ ਤਾਂ ਰਸਾਇਣਿਕ ਕਿਰਿਆ ਨਹੀਂ ਹੁੰਦੀ ਜਲਦੀ। ਦੂਸਰਾ, ਜਦੋਂ ਰਿਬਨ ਨੂੰ ਅੱਗ ਲੱਗ ਰਹੀ ਹੁੰਦੀ ਹੈ ਕਦੀ ਵੀ ਉਹਨੂੰ ਲਗਾਤਾਰ ਨਹੀਂ ਵੇਖਣਾ, ਅੱਖਾਂ ਖਰਾਬ ਹੋ ਸਕਦੀਆਂ। ਇਹ ਦੋ ਤਿੰਨ ਚੀਜ਼ਾਂ ਧਿਆਨ 'ਚ ਰੱਖ ਕੇ ਪ੍ਰਯੋਗ ਕਰਨਾ। ਹੁਣ ਮੈਂ ਤੁਹਾਨੂੰ ਦੱਸੂਗਾ ਕਿ ਜਦੋਂ ਮੈਗਨੀਸ਼ੀਅਮ ਰਿਬਨ ਨੂੰ ਜਲਾਉਂਦੇ ਆ ਤਾਂ ਰਸਾਇਣਿਕ ਕਿਰਿਆ ਕਿਸ ਤਰ੍ਹਾਂ ਦੀ ਹੁੰਦੀ ਹੈ। ਮੈਗਨੀਸ਼ੀਅਮ ਜਿਸ ਦਾ ਰਸਾਇਣਿਕ ਸੂਤਰ ਹੈ Mg, ਅਸੀਂ ਇਹਦੀ ਕਿਰਿਆ ਕਰਾਈ ਆਕਸੀਜਨ ਨਾਲ ਹਵਾ ਦੇ ਵਿੱਚੋਂ, ਇਹ ਹਵਾ ਜੋ ਆਕਸੀਜਨ ਗੈਸ ਆਈ, ਜਦੋਂ ਇਹ ਆਪਸ ਕਿਰਿਆ ਕਰਦੀ ਹੈ ਤਾਂ ਜਿਹੜਾ ਮੈਂ ਦੱਸਿਆ ਸੀ ਚਿੱਟੇ ਰੰਗ ਦਾ ਪਾਊਡਰ ਬਣਦਾ, ਉਸ ਦਾ ਰਸਾਇਣਿਕ ਸੂਤਰ ਹੈ ਮੈਗਨੀਸ਼ੀਅਮ ਆਕਸਾਈਡ MgO। ਸੋ MgO2 ਔਰ ਮੈਗਨੀਸ਼ੀਅਮ ਆਕਸਾਈਡ, ਇਹਨਾਂ ਦੀਆਂ ਅਵਸਥਾਵਾਂ, ਇਹ ਠੋਸ ਅਵਸਥਾ 'ਚ ਹੁੰਦਾ ਹੈ ਜਿਸ ਨੂੰ ਅਸੀਂ S ਨਾਲ ਲਿਖਦੇ ਹਾਂ S। ਇਹ ਆਕਸੀਜਨ ਹੈ, ਇਹ ਗੈਸ ਅਵਸਥਾ ਵਿੱਚ ਹੁੰਦੀ ਹੈ, ਇਹਨੂੰ ਲਿਖਦੇ ਹਾਂ G। ਔਰ ਜਿਹੜਾ ਮੈਗਨੀਸ਼ੀਅਮ ਆਕਸਾਈਡ MgO ਬਣਦਾ, ਇਹ ਵੀ ਕਿਸ ਫਾਰਮ 'ਚ ਬਣਦਾ ਹੈ, ਇਹ ਠੋਸ ਫਾਰਮ 'ਚ ਬਣਦਾ ਹੈ। ਸਮੀਕਰਨ ਜਿਹਦੇ ਵਿੱਚ ਅਸੀਂ ਅਭਿਕਾਰਕ ਉਤਪਾਦ ਲਿਖੇ ਹਨ, ਇਹ ਸਮੀਕਰਨ ਜਿਹੜੀ ਹੈ ਸੰਤੁਲਿਤ ਵੀ ਹੋਣੀ ਬਹੁਤ ਜ਼ਰੂਰੀ ਹੈ। ਸੋ ਦੋਨੋਂ ਪਾਸੇ ਚੀਜ਼ਾਂ ਬਰਾਬਰ ਹੋਣੀਆਂ, ਉਹ ਮੈਂ ਇਸੇ ਅੱਜ ਦੇ ਲੈਕਚਰ ਵਿੱਚ ਹੀ ਤੁਹਾਨੂੰ ਸਮੀਕਰਨ ਨੂੰ ਸੰਤੁਲਿਤ ਕਰਨਾ ਵੀ ਦੱਸਾਂਗਾ। ਇੱਧਰ ਮੈਗਨੀਸ਼ੀਅਮ ਦਾ 1 ਅਣੂ ਆ, ਇੱਧਰ ਮੈਗਨੀਸ਼ੀਅਮ ਦਾ 1 ਅਣੂ ਆ, ਮੈਗਨੀਸ਼ੀਅਮ ਦਾ ਬਰਾਬਰ ਹੈ, ਆਕਸੀਜਨ ਦਾ 2 ਆ, ਇੱਧਰ ਆਕਸੀਜਨ 1 ਆ। ਸੋ ਇਸ ਕਰਕੇ ਮੈਂ 2 ਨਾਲ ਗੁਣਾ ਕਰ ਦਿੱਤੀ, ਪਰ ਜਦੋਂ 2 ਨਾਲ ਗੁਣਾ ਕੀਤੀ ਤਾਂ Mg ਦੇ ਵੱਧ ਗਏ, ਇਸ ਕਰਕੇ ਮੈਂ ਇਸ ਪਾਸੇ ਵੀ 2 ਨਾਲ ਗੁਣਾ ਕਰ ਦਿੱਤੀ, ਜਿਸ ਨਾਲ ਇਹ ਸਮੀਕਰਨ ਜਿਹੜੀ ਆ ਉਹ ਬੈਲੈਂਸ ਹੋ ਗਈ। ਹੁਣ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਹੋਰ ਉਦਾਹਰਨ ਦੇ ਨਾਲ ਰਸਾਇਣਿਕ ਕਿਰਿਆ ਬਾਰੇ ਦੱਸਾਂਗਾ, ਉਹ ਵੀ ਸਾਡੇ ਪ੍ਰਯੋਗ ਕਿਰਿਆ ਦੇ ਵਿੱਚ ਹੈ। ਜ਼ਿੰਕ ਦੀ ਹਾਈਡਰੋਕਲੋਰਿਕ ਅਮਲ ਦੇ ਨਾਲ ਤੇਜ਼ਾਬ ਨਾਲ ਕਿਰਿਆ, ਇਹ ਵੀ ਬਹੁਤ ਮਹੱਤਵਪੂਰਨ ਕਿਰਿਆ ਔਰ ਬਹੁਤ ਹੀ ਧਿਆਨ ਨਾਲ ਕਰਨ ਯੋਗ ਹੈ। ਸਭ ਤੋਂ ਪਹਿਲਾਂ ਮੈਂ ਇਹਦੇ ਦੱਸਦਾ ਕਿ ਜਿਹੜਾ ਅਸੀਂ ਜ਼ਿੰਕ ਲੈਣਾ, ਜ਼ਿੰਕ ਜਿਸਤ, ਉਹਦੇ ਗ੍ਰੈਨਿਊਲਸ ਹੁੰਦੇ, ਦਾਣੇਦਾਰ ਜ਼ਿੰਕ ਹੁੰਦਾ, ਇੰਪਿਓਰ ਹੁੰਦਾ, ਕਿਉਂਕਿ ਜਿਹੜੀਆਂ ਇੰਪਿਉਰਿਟੀਜ਼ ਆ, ਅਸ਼ੁੱਧੀਆਂ ਆ, ਉਹ ਰਸਾਇਣਿਕ ਕਿਰਿਆ ਦੀ ਰੇਟ ਨੂੰ, ਸਪੀਡ ਨੂੰ, ਗਤੀ ਨੂੰ ਵਧਾ ਦਿੰਦੀਆਂ ਇੰਪਿਉਰਿਟੀਜ਼। ਦੂਸਰਾ, ਜਿਹੜਾ ਅਸੀਂ ਅਮਲ ਲੈਣਾ, ਅਮਲ ਐਸਿਡ ਲੈਣਾ, ਉਹ ਡਿਲੂਟ ਹੋਣਾ ਚਾਹੀਦਾ, ਪਤਲਾ ਹੋਣਾ ਚਾਹੀਦਾ। ਕੰਸਨਟ੍ਰੇਟਡ ਐਸਿਡ ਨਾਲ ਕਿਰਿਆ ਨਹੀਂ ਕਰਾਉਣੀ ਅਸੀਂ। ਇਸ ਕਿਰਿਆ ਦੇ ਵਿੱਚ ਇੱਕ ਸਾਵਧਾਨੀ ਦੇਣ ਦੀ ਹੋਰ ਜ਼ਰੂਰਤ ਵੀ ਹੈ ਕਿ ਇਸ ਵਿੱਚ ਹਾਈਡਰੋਜਨ ਗੈਸ ਦੀ ਉਤਪਤੀ ਹੁੰਦੀ ਹੈ। ਹਾਈਡਰੋਜਨ ਗੈਸ ਇੱਕ ਬਹੁਤ ਹੀ ਜਲਨਸ਼ੀਲ ਗੈਸ ਹੈ, ਸੋ ਇਹਨੂੰ ਬੜੇ ਧਿਆਨ ਨਾਲ ਗੈਸ ਨੂੰ ਕਲੈਕਟ ਕਰਨਾ। ਅਸੀਂ ਕੀ ਕਰਦੇ ਹਾਂ, ਜਦੋਂ ਇਹ ਪ੍ਰਯੋਗ ਕਰਕੇ ਵੇਖਣਾ ਹੈ ਤਾਂ ਜਿਹੜੀ ਹਾਈਡਰੋਜਨ ਗੈਸ ਨਿਕਲਦੀ ਹੈ ਅਸੀਂ ਉਹਨੂੰ ਸਾਬਣ ਦੇ ਵਿੱਚ ਇਕੱਠਾ ਕਰਕੇ ਫਿਰ ਅਸੀਂ ਉਹਨੂੰ ਅੱਗ ਲਾ ਕੇ ਬੱਚਿਆਂ ਨੂੰ ਤੁਹਾਨੂੰ ਦਿਖਾ ਸਕਦੇ ਹਾਂ ਕਿ ਪੌਪ ਅਪ ਇੱਕ ਆਵਾਜ਼, ਪਟਾਕੇ ਜਿਹੀ ਆਵਾਜ਼ਾਂ ਆਉਂਦੀਆਂ। ਸੋ ਇਹ ਪ੍ਰਯੋਗ ਬੜੇ ਹੀ ਧਿਆਨ ਦੇ ਨਾਲ ਆਪਣੇ ਟੀਚਰ ਦੀ ਪ੍ਰੈਜ਼ੈਂਸ ਵਿੱਚ ਹੀ ਪ੍ਰਯੋਗ ਕਰਨਾ। ਸੋ ਇਹਦੇ ਵਿੱਚ ਕੀ ਰਸਾਇਣਿਕ ਕਿਰਿਆ ਹੁੰਦੀ ਹੈ, ਕਿਵੇਂ ਪਤਾ ਚੱਲਦਾ ਹੈ? ਜ਼ਿੰਕ ਦੀ ਹਾਈਡਰੋਕਲੋਰਿਕ ਤੇਜ਼ਾਬ ਨਾਲ ਕਿਰਿਆ। ਜ਼ਿੰਕ ਜ਼ਿਸਤ, ਜਿਸ ਦਾ ਰਸਾਇਣਿਕ ਸੂਤਰ ਹੈ Zn, ਹਾਈਡਰੋਕਲੋਰਿਕ HCl। ਇਹ ਤਰਲ ਹੈ, ਤਰਲ ਐਕਵਸ, ਜਿਹੜਾ ਤਰਲ ਹੈ ਉਹਨੂੰ ਅਸੀਂ AQ ਨਾਲ ਲਿਖਦੇ ਹਾਂ, ਜਿਹੜਾ ਠੋਸ ਉਹਨੂੰ ਸੋਲਿਡ ਦੇ ਨਾਲ। ਔਰ ਜਦੋਂ ਇਹਨਾਂ ਦੀ ਆਪਸ ਕਿਰਿਆ ਹੁੰਦੀ ਹੈ ਤਾਂ ZnCl2, ਜ਼ਿੰਕ ਕਲੋਰਾਈਡ ਤੇ ਨਾਲ ਹਾਈਡਰੋਜਨ ਗੈਸ ਦੀ ਉਤਪਤੀ ਹੁੰਦੀ ਹੈ, ਗੈਸ। ਜ਼ਿੰਕ ਕਲੋਰਾਈਡ ਇਹ ਪਾਣੀ ਵਿੱਚ ਘੁਲ ਜਾਂਦਾ, ਇਹ ਵੀ ਤਰਲ ਹੈ, ਐਕਵਸ, ਪਾਣੀ 'ਚ ਘੁਲ ਗਿਆ, ਔਰ ਹਾਈਡਰੋਜਨ ਗੈਸ ਜਿਹੜੀ ਆ ਉਹ ਬਾਹਰ ਨਿਕਲਦੀ ਹੈ। ਹੁਣ ਅਵਸਥਾ ਵਿੱਚ ਪਰਿਵਰਤਨ ਹੋ ਰਿਹਾ, ਕੋਈ ਚੀਜ਼ ਪੈਦਾ ਹੋ ਰਹੀ ਹੈ, ਇਹਨੂੰ ਜਲਨਸ਼ੀਲ ਗੈਸ ਪੈਦਾ ਹੋ ਰਹੀ ਹੈ, ਜਿਸ ਤੋਂ ਪਤਾ ਲੱਗਦਾ ਕਿ ਰਸਾਇਣਿਕ ਕਿਰਿਆ ਚੱਲ ਰਹੀ ਹੈ। ਰਸਾਇਣਿਕ ਕਿਰਿਆ ਕੀ ਹੈ? ਰਸਾਇਣਿਕ ਕਿਰਿਆ ਜਿਸ ਵਿੱਚ ਅਭਿਕਾਰਕ ਰਿਐਕਟੈਂਟ ਆਪਸ ਵਿੱਚ ਕਿਰਿਆ ਕਰਕੇ ਕੋਈ ਨਵੀਂ ਚੀਜ਼ ਬਣਾਉਂਦੇ ਆ, ਅਸੀਂ ਉਹਨੂੰ ਕੀ ਕਹਿੰਦੇ ਆ? ਉਤਪਾਦ ਬਣਾਉਂਦੇ ਆ, ਪ੍ਰੋਡਕਟ ਬਣਾਉਂਦੇ ਆ, ਅਸੀਂ ਉਹਨੂੰ ਰਸਾਇਣਿਕ ਕਿਰਿਆ ਕਹਿੰਦੇ ਆ। ਜਿਹੜੇ ਉਤਪਾਦ ਬਣਦੇ ਹਨ ਉਹਨਾਂ ਦੇ ਜਿਹੜੇ ਗੁਣ ਹਨ, ਭੌਤਿਕ ਗੁਣ, ਰਸਾਇਣਿਕ ਗੁਣ, ਉਹ ਆਪਣੇ ਰਿਐਕਟੈਂਟਸ ਤੋਂ ਵੱਖਰੇ ਹੁੰਦੇ ਆ, ਉਹ ਆਪਣੇ ਰਿਐਕਟੈਂਟਸ ਤੋਂ ਟੋਟਲੀ ਵੱਖਰੇ ਹੁੰਦੇ ਆ। ਜਿਹੜੇ ਪ੍ਰੋਡਕਟ ਬਣਦੇ ਹਨ ਉਹਨਾਂ ਨੂੰ ਅਸੀਂ ਸਿੰਪਲ ਮੈਥਡ ਦੇ ਨਾਲ, ਤਰੀਕਿਆਂ ਦੇ ਨਾਲ
ਦੁਆਰਾ ਅਸੀਂ ਅਭਿਕਾਰਕਾਂ 'ਚ ਤਬਦੀਲ ਨਹੀਂ ਕਰ ਸਕਦੇ, ਰਿਐਕਟੈਂਟ 'ਚ ਕਨਵਰਟ ਨਹੀਂ ਕਰ ਸਕਦੇ। ਸੋ ਰਸਾਇਣਿਕ ਕਿਰਿਆ ਕੀ ਚੀਜ਼ ਹੈ? ਰਸਾਇਣਿਕ ਕਿਰਿਆ ਉਹ ਹੈ ਜਿਹਦੇ ਵਿੱਚ ਅਭਿਕਾਰਕ ਉਤਪਾਦ ਵਿੱਚ ਤਬਦੀਲ ਹੋ ਜਾਂਦੇ, ਬਦਲ ਜਾਂਦੇ ਹਨ। ਉਤਪਾਦ ਜਿਹੜੇ ਬਣਦੇ ਹਨ ਇਹਨਾਂ ਦੇ ਗੁਣ ਆਪਣੇ ਅਭਿਕਾਰਕਾਂ ਤੋਂ ਵੱਖਰੇ ਹੁੰਦੇ ਹਨ। ਉਤਪਾਦ ਨੂੰ ਅਸੀਂ ਸਿੰਪਲ ਮੈਥਡ ਨਾਲ ਅਭਿਕਾਰਕਾਂ 'ਚ ਪਰਿਵਰਤਿਤ ਨਹੀਂ ਕਰ ਸਕਦੇ, ਅਸੀਂ ਇਸ ਨੂੰ ਕੀ ਕਹਿੰਦੇ ਹਾਂ? ਰਸਾਇਣਿਕ ਕਿਰਿਆ ਆਖਦੇ ਹਨ। ਸੋ ਇਸ ਜਿਹੜਾ ਦੋ ਪ੍ਰਯੋਗ, ਇੱਕ ਮੈਗਨੀਸ਼ੀਅਮ ਦਾ ਪ੍ਰਯੋਗ ਔਰ ਇੱਕ ਜ਼ਿੰਕ ਦਾ ਪ੍ਰਯੋਗ, ਬੜੇ ਹੀ ਧਿਆਨ ਨਾਲ ਕਰਨਾ ਹੈ। ਨੈਕਸਟ ਆਰਟੀਕਲ ਜਿਹੜਾ ਮੇਰਾ ਹੈ, ਜਿਹੜਾ ਮੈਂ ਤੁਹਾਨੂੰ ਇਸ ਚੈਪਟਰ ਦੇ ਦੂਸਰਾ ਆਰਟੀਕਲ, ਉਹ ਹੈ ਰਸਾਇਣਿਕ ਸਮੀਕਰਨ ਕੀ ਹੁੰਦੀ ਹੈ। ਰਸਾਇਣਿਕ ਸਮੀਕਰਨ ਕੋਈ ਵੀ ਚੀਜ਼ ਜਿਹੜੀ ਆਪਾਂ ਦੱਸਣੀ ਹੈ, ਅਸੀਂ ਉਹਨੂੰ ਇੱਕ ਸਮੀਕਰਨ ਦੇ ਇੱਕ ਇਕੁਏਸ਼ਨ ਦੀ ਫਾਰਮ 'ਚ ਲਿਖਦੇ ਹਾਂ। ਉਹਦੇ ਵਾਸਤੇ ਇੱਕ ਵੱਖਰੇ ਵੱਖਰੇ ਰੂਲ ਹਨ। ਜਿਵੇਂ ਅਭਿਕਾਰਕ ਨੂੰ ਹਮੇਸ਼ਾ ਅਸੀਂ ਆਪਣੇ ਖੱਬੇ ਪਾਸੇ ਲਿਖਣਾ ਹੈ, ਔਰ ਜਿਹੜੀ ਚੀਜ਼ ਉਸ ਤੋਂ ਬਣਨੀ ਹੈ ਅਸੀਂ ਉਹਨੂੰ ਉਤਪਾਦ ਕਹਿੰਦੇ ਹਾਂ, ਉਹਨੂੰ ਹਮੇਸ਼ਾ ਆਪਣੇ ਸੱਜੇ ਪਾਸੇ ਲਿਖਣਾ ਹੈ। ਉਹਨਾਂ ਦੋਨਾਂ ਦੇ ਵਿੱਚ ਇੱਕ ਐਰੋ ਦਾ ਸਾਈਨ, ਔਰ ਜਿਹੜਾ ਐਰੋ ਹੈਡ ਆ ਹਮੇਸ਼ਾ ਉਤਪਾਦ ਵੱਲ ਹੁੰਦਾ ਹੈ। ਸਮੀਕਰਨ ਲਿਖਦੇ ਸਮੇਂ ਸਾਨੂੰ ਸਭ ਤੋਂ ਪਹਿਲਾਂ ਉਹਦੀ ਪਿੰਜਰ ਇਕੁਏਸ਼ਨ, ਯਾਨੀ ਜੋ ਲਿਖਿਆ ਹੈ, ਜੇ ਸਾਨੂੰ ਉਹਨੇ ਕਿਹਾ ਕਿ ਜ਼ਿੰਕ ਹਾਈਡਰੋਜਨ ਕਲੋਰਾਈਡ ਨਾਲ ਕਿਰਿਆ ਕਰਕੇ ਜ਼ਿੰਕ ਕਲੋਰਾਈਡ ਤੇ ਹਾਈਡਰੋਜਨ ਗੈਸ ਪੈਦਾ ਕਰਦੇ ਹਨ, ਤਾਂ ਸਾਨੂੰ ਸਭ ਤੋਂ ਪਹਿਲਾਂ ਜ਼ਿੰਕ ਹਾਈਡਰੋਜਨ ਕਲੋਰਾਈਡ ਦੇ ਨਾਲ ਕਿਰਿਆ ਕਰਕੇ ਜ਼ਿੰਕ ਕਲੋਰਾਈਡ ਤੇ ਹਾਈਡਰੋਜਨ ਬਣਾਉਂਦੇ ਹਨ। ਇਹ ਅਸੀਂ ਇਹਦੀ ਪਿੰਜਰ ਇਕੁਏਸ਼ਨ ਲਿਖ ਲਈ, ਸਮੀਕਰਨ ਸਟਾਰਟ ਕਰ ਦਿੱਤੀ। ਫਿਰ ਅਸੀਂ ਇਹਨੂੰ ਬੈਲੈਂਸ ਕਰਾਂਗੇ, ਉਹਦੇ ਵੱਖਰੇ ਵੱਖਰੇ ਤਰੀਕੇ ਹਨ। ਕਿਸੇ ਚੀਜ਼ ਨੂੰ ਬੈਲੈਂਸ ਕਰਨਾ, ਸਮੀਕਰਨ ਬਣਾਉਣੀ, ਸਮੀਕਰਨ ਤਾਂ ਅਸੀਂ ਸਿੱਖ ਸਕਦੇ ਹਾਂ ਜੇ ਸਾਨੂੰ ਜਿਹੜੇ ਤੱਤ ਆ ਉਹਨਾਂ ਦੀ ਵੈਲੈਂਸੀ ਬਾਰੇ, ਯਾਨੀ ਉਹਦੇ ਉੱਪਰ ਕਿੰਨਾ ਧਨ ਚਾਰਜ ਆ, ਕਿੰਨਾ ਰਿਣ ਚਾਰਜ ਆ, ਸਾਨੂੰ ਯੌਗਿਕ ਬਣਾਣੇ ਆਉਂਦੇ ਹੋਣ। ਯੌਗਿਕ ਦਾ ਰਸਾਇਣਿਕ ਸੂਤਰ ਕੀ ਹੈ, ਫਾਰਮੂਲਾ ਕੀ ਹੈ, ਜੋ ਅਸੀਂ 9ਵੀਂ ਕਲਾਸ ਵਿੱਚ ਪੜ੍ਹਿਆ ਸੀਗਾ। ਜੇਕਰ ਉਹ ਆਉਂਦਾ ਤਾਂ ਅਸੀਂ ਜਿਹੜੀਆਂ ਸਮੀਕਰਨਾਂ ਉਹ ਬਹੁਤ ਹੀ ਆਰਾਮ ਨਾਲ ਬਣਾ ਸਕਦੇ ਹਾਂ। ਸਮੀਕਰਨ ਲਿਖਣ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਇੱਕ ਧਨਾਤਮਕ ਅਤੇ ਰਿਣਾਤਮਕ ਚੀਜ਼ਾਂ ਬਾਰੇ ਦੱਸਾਂਗਾ, ਜਿਹੜੇ ਆਇਨਸ ਬਾਰੇ ਦੱਸਾਂਗਾ ਕਿ ਕਿਸੇ ਦੀ ਵੈਲੈਂਸੀ ਕਿੰਨੀ ਹੈ, ਔਰ ਉਸ ਵੈਲੈਂਸੀ ਦੇ ਨਾਲ ਅਸੀਂ ਕਿਸੇ ਚੀਜ਼ ਦਾ ਯੌਗਿਕ ਦਾ ਰਸਾਇਣਿਕ ਸੂਤਰ ਕਿਵੇਂ ਬਣਾਉਣਾ, ਫਿਰ ਸਮੀਕਰਨ ਕਿਵੇਂ ਲਿਖਣੀ ਹੈ, ਫਿਰ ਮੈਂ ਉਹਦੇ ਬਾਰੇ ਹੁਣੇ ਦੱਸਦਾ ਹੁਣੇ। ਸੋ ਸਭ ਤੋਂ ਪਹਿਲਾਂ ਮੈਂ ਉਹ ਧਨ ਚਾਰਜ ਵਾਲੇ ਲਿਖਾਂਗਾ ਜਿਨ੍ਹਾਂ ਉੱਪਰ 1 ਪਲੱਸ ਚਾਰਜ ਹੈ। फिर मैं लिखांगा ਜਿਹਦੇ ਉੱਪਰ 2 पॉजिटिव चार्ज है। ਉਹ ਕਣ ਜਿਨ੍ਹਾਂ ਉੱਪਰ +1 ਚਾਰਜ ਹੈ, ਜਿਵੇਂ ਹਾਈਡਰੋਜਨ ਇਹਦੇ ਉੱਪਰ +1, ਸੋਡੀਅਮ +1, पोटाशियम, अमोनियम, ਇਹ ਸਾਰੇ +1 ਵਾਲੇ ਹੈ, ਯਾਨੀ ਇਹਨਾਂ ਦੀ ਵੈਲੈਂਸੀ 1। ਜਿਨ੍ਹਾਂ ਦੀ ਵੈਲੈਂਸੀ +2 ਹੈ, ਜਿਵੇਂ ਮੈਗਨੀਸ਼ੀਅਮ +2, कैल्शियम +2, बेरियम +2, कॉपर भी +2, आयरन भी +2, +3 वाली एल्यूमीनियम भी +3 है, आयरन की भी +3 होती है, फेरिक आयन जिन्हों ਅਸੀਂ ਕਹਿੰਦੇ ਆ +3, ਹੋਰ ਵੀ ਇਸ ਤੋਂ ਇਲਾਵਾ ਹਨ, ਉਹ ਵੀ ਲਿਖਾਂਗੇ। ਜਿਹੜੇ एनायन जिस तरह -1 Cl -1 ਹੁੰਦਾ, F -1 ਹੁੰਦਾ ਫਲੋਰਾਈਡ, I -1 ਹੁੰਦਾ, Br -1 ਹੁੰਦਾ, OH -1 ਹੁੰਦਾ, OH -1। 2 ਵਾਲੇ ਜਿਵੇਂ ਸਲਫੇਟ SO4 ਸਲਫੇਟ 2, ਸਲਫਾਈਡ -2, ਸਲਫਾਈਡ -2। ਇੱਕ ਵਾਲੇ ਨਾਈਟ੍ਰੇਟ ਹੈ ਸਾਡੇ ਕੋਲ, ਨਾਈਟਰਾਈਡ ਹੈ, ਇੱਕ ਵਾਲਾ ਐਸੀਟੇਟ ਹੈ, ਐਸੀਟੇਟ। ਇਹ ਉਹ ਆਇਨ ਹਨ ਜਿਨ੍ਹਾਂ ਦੀ ਵੈਲੈਂਸੀ ਆਪਾਂ ਨੂੰ ਅਗਰ ਪਤਾ ਤਾਂ ਅਸੀਂ ਯੌਗਿਕ ਬਣਾ ਸਕਦੇ ਹਾਂ। -3 ਵਾਲੇ ਫਾਸਫੇਟ ਹੈ ਸਾਡੇ ਕੋਲ -3 ਵਾਲਾ, ਬੋਰੇਟ ਹੈ ਸਾਡੇ ਕੋਲ -3 ਵਾਲਾ। ਜਦੋਂ ਅਸੀਂ ਯੌਗਿਕ ਬਣਾਉਣੇ ਆ, ਜੇ ਮੈਂ ਇਹ ਧਨਾਤਮਕ ਵਾਲੇ ਨੂੰ X ਲਿਖਾਂ ਔਰ ਇਹਨਾਂ ਨੂੰ ਲਿਖਾਂ ਮੈਂ Y, ਤਾਂ ਜਿਹੜਾ ਮੇਰਾ ਯੌਗਿਕ ਬਣੂਗਾ ਉਹਦਾ ਰਸਾਇਣਿਕ ਸੂਤਰ ਹੋਣਾ XY। ਔਰ ਜੇ ਇਹਦੇ ਉੱਪਰ 4 ਮੈਂ ਮੰਨਾਂ, ਇਹਦੇ ਉੱਪਰ +A ਹੈ ਔਰ ਇਹਦੇ ਉੱਪਰ -B ਹੈ, ਤਾਂ ਜਦੋਂ ਇਹਦਾ ਯੌਗਿਕ ਬਣਾਉਂਗਾ AB ਇਧਰਲੇ ਪਾਸੇ ਆ ਜਾਣਾ और A इधरले पासे आया ना, ਇਹਦਾ ਰਸਾਇਣਿਕ ਸੂਤਰ ਬਣੇਗਾ XBYA। ਇਹ ਇਹਦਾ ਰਸਾਇਣਿਕ ਸੂਤਰ ਬਣੇਗਾ। ਸੋ ਜਦੋਂ ਵੀ ਅਸੀਂ ਸਮੀਕਰਨਾਂ ਬਣਾਉਣੀਆਂ ਹਨ, ਸਮੀਕਰਨ ਸਭ ਤੋਂ ਪਹਿਲਾਂ ਸਾਨੂੰ ਉਹਦੀ ਵੈਲੈਂਸੀ ਕਿ ਜਿਹੜਾ ਕੈਟਾਇਨ ਆ
ਧਨ ਚਾਰਜ ਵਾਲਾ ਆਇਨ ਹੈ ਉਹਦੇ ਉੱਪਰ ਕਿੰਨਾ ਪਲੱਸ ਚਾਰਜ ਹੈ, ਔਰ ਜਿਹੜਾ ਐਨਾਇਨ ਹੈ ਉਹਦੇ ਉੱਪਰ ਕਿੰਨਾ ਮਾਈਨਸ ਚਾਰਜ ਹੈ। ਫਿਰ ਅਸੀਂ ਉਹਨਾਂ ਚਾਰਜਾਂ ਦੇ ਹਿਸਾਬ ਦੇ ਨਾਲ ਅਸੀਂ ਯੌਗਿਕ ਬਣਾਵਾਂਗੇ। ਅਗਰ ਇਹਦੇ ਵਿੱਚ ਕਾਮਨ ਕੋਈ ਚੀਜ਼ ਨਿਕਲ ਰਹੀ ਤਾਂ ਕਾਮਨ ਕੱਢ ਦਿਆਂਗੇ, ਯੌਗਿਕ ਦਾ ਰਸਾਇਣਿਕ ਸੂਤਰ ਆ ਜਾਏਗਾ। ਯੌਗਿਕ ਦੇ ਰਸਾਇਣਿਕ ਸੂਤਰ ਸਿੱਖਣ ਤੋਂ ਬਾਅਦ ਫਿਰ ਸਮੀਕਰਨ ਨੂੰ ਬਣਾਉਣਾ ਬਹੁਤ ਹੀ ਆਸਾਨ ਹੋ ਜਾਂਦਾ ਹੈ। ਹੁਣ ਅਸੀਂ ਸਿੱਖਾਂਗੇ ਰਸਾਇਣਿਕ ਸਮੀਕਰਨ ਨੂੰ ਕਿਵੇਂ ਲਿਖਦੇ ਹਾਂ। ਰਸਾਇਣਿਕ ਸਮੀਕਰਨ, ਰਸਾਇਣਿਕ ਸਮੀਕਰਨ ਤੋਂ ਸਭ ਲਿਖਣ ਤੋਂ ਅਸੀਂ ਸਭ ਤੋਂ ਪਹਿਲਾਂ ਸਟੇਟਮੈਂਟ ਰੀਡ ਕਰਦੇ ਹਾਂ। ਉਹਦੇ ਵਿੱਚ ਅਭਿਕਾਰਕ ਕੀ ਆ, ਉਤਪਾਦ ਕਿਹੜੇ ਬਣਨੇ ਆ, ਉਹਨੂੰ ਧਿਆਨ ਨਾਲ ਚੰਗੀ ਤਰ੍ਹਾਂ ਦੇਖਣਾ। ਫਿਰ ਅਸੀਂ ਉਹਦੀ ਇੱਕ ਪਿੰਜਰ ਇਕੁਏਸ਼ਨ ਲਿਖਣੀ ਹੈ। ਪਿੰਜਰ ਸਮੀਕਰਨ। ਪਿੰਜਰ ਸਮੀਕਰਨ ਕੀ ਹੈ? ਜਿਵੇਂ ਸਾਨੂੰ ਕਿਹਾ ਜਾਂਦਾ ਹੈ ਕਿ ਹਾਈਡਰੋਜਨ ਦੀ ਕਲੋਰੀਨ ਨਾਲ ਕਿਰਿਆ, ਔਰ ਜਿਹਦੇ ਤੋਂ ਕੀ ਬਣਦਾ ਹਾਈਡਰੋਜਨ ਕਲੋਰਾਈਡ। ਸੋ ਸਭ ਤੋਂ ਪਹਿਲਾਂ ਅਸੀਂ ਪਿੰਜਰ ਇਕੁਏਸ਼ਨ ਲਿਖੀਏ ਜੀ। ਪਿੰਜਰ ਹਾਈਡਰੋਜਨ H2 ਕਲੋਰੀਨ Cl2, ਇਹ ਤੋਂ ਬਣੇਗੀ HCl। ਜਿਵੇਂ ਕਿ ਆਪਾਂ ਜਾਣਦੇ ਹਾਂ ਜਿਹੜਾ ਹਾਈਡਰੋਜਨ ਆ ਇਹਦੀ ਜਿਹੜੀ ਵੈਲੈਂਸੀ ਸੀ ਇਹ ਸੀ +1 ਔਰ ਇਹਦੀ ਸੀ ਵੈਲੈਂਸੀ -1। ਇਹ ਆਪਸ ਕਿਰਿਆ ਹੋਈ, ਉਹ ਜਿਹੜਾ ਪ੍ਰੋਡਕਟ ਬਣਨਾ ਉਹਦਾ ਰਸਾਇਣਿਕ ਸੂਤਰ ਅਸੀਂ ਸਹੀ ਲਿਖਿਆ ਜਾਂ ਗਲਤ ਲਿਖਿਆ ਉਹ ਅਸੀਂ ਇੱਥੋਂ ਚੈੱਕ ਕਰ ਸਕਦੇ ਹਾਂ। ਸੋ ਇਧਰ ਇੱਕ ਆ ਗਿਆ, ਇਧਰ ਇੱਕ ਆ ਗਿਆ, ਇਹਦਾ ਮਤਲਬ ਜੋ ਰਸਾਇਣਿਕ ਸੂਤਰ ਅਸੀਂ ਬਣਾਇਆ HCl ਉਹ ਬਿਲਕੁਲ ਸਹੀ ਹੈ। ਸੋ ਸਮੀਕਰਨ ਤਾਂ ਅਸੀਂ ਲਿਖ ਲਈ, ਪਰ ਇਸ ਨੂੰ ਸੰਤੁਲਿਤ ਵੀ ਕਰਨਾ ਹੈ, ਇਸ ਨੂੰ ਬੈਲੈਂਸ ਵੀ ਕਰਨਾ ਹੈ, ਵੀ ਬਹੁਤ ਜ਼ਰੂਰੀ ਹੈ। ਸਮੀਕਰਨ ਨੂੰ ਬੈਲੈਂਸ ਕਰਨ ਵੇਲੇ ਅਸੀਂ ਦੇਖ ਰਹੇ ਹਾਂ ਕਿ ਦੋਨਾਂ ਵਿੱਚੋਂ ਜਿਹੜਾ ਸਭ ਤੋਂ ਵੱਡਾ, ਜਿਸ ਤਰ੍ਹਾਂ H2 ਦੇ 2 ਅਣੂ ਹਨ, ਪਰ ਇਧਰਲੇ ਪਾਸੇ H2 ਦੇ ਕਿੰਨੇ ਅਣੂ ਹਨ? 1। ਇਹਨੂੰ 2 ਨਾਲ ਗੁਣਾ ਕਰ ਦਿੱਤੀ, H ਤਾਂ ਬੈਲੈਂਸ ਹੋ ਗਿਆ। ਕਲੋਰੀਨ ਦੇ ਕਿੰਨੇ ਅਣੂ? 2 ਹੋ ਗਏ। 2 ਇਸ ਤਰਫ ਕਿੰਨੇ ਅਣੂ? 2 ਅਣੂ ਹੋ ਗਏ ਇੱਧਰ, ਔਰ ਇੱਧਰ ਵੀ ਕਿੰਨੇ? 2 ਅਣੂ। ਸੋ ਕਲੋਰੀਨ ਵੀ ਬੈਲੈਂਸ ਹੋ ਗਿਆ। ਸੋ ਸਭ ਤੋਂ ਪਹਿਲਾਂ ਪਿੰਜਰ ਇਕੁਏਸ਼ਨ ਲਿਖਣਾ ਜ਼ਰੂਰੀ ਹੈ। ਪਿੰਜਰ ਇਕੁਏਸ਼ਨ ਲਿਖਣ ਤੋਂ ਬਾਅਦ ਉਹਦੇ ਰਸਾਇਣਿਕ ਸੂਤਰ ਲਿਖਣੇ ਜ਼ਰੂਰੀ ਹੈ। ਰਸਾਇਣਿਕ ਸੂਤਰ ਲਿਖਣ ਤੋਂ ਪਹਿਲਾਂ ਆਪਾਂ ਨੂੰ ਯੌਗਿਕ ਦਾ ਫਾਰਮੂਲਾ ਬਣਾਉਣਾ ਆਉਣਾ ਚਾਹੀਦਾ। ਯੌਗਿਕ ਦਾ ਫਾਰਮੂਲਾ ਅਸੀਂ ਤਾਂ ਹੀ ਲਿਖ ਸਕਦੇ ਜੇਕਰ ਅਸੀਂ ਸਾਨੂੰ ਵੈਲੈਂਸੀ ਬਾਰੇ ਵੀ ਪਤਾ ਹੈ। ਸੋ ਵੈਲੈਂਸੀ ਜੋ 9ਵੀਂ ਕਲਾਸ ਵਿੱਚ ਅਸੀਂ ਪੜ੍ਹ ਕੇ ਆਏ ਸੀ, ਉਹ ਵੈਲੈਂਸੀ ਬਾਰੇ ਅਗਰ ਅਸੀਂ ਜਾਣਦੇ ਹਾਂ ਤਾਂ ਅਸੀਂ ਯੌਗਿਕਾਂ ਦੇ ਫਾਰਮੂਲੇ ਲਿਖ ਸਕਦੇ ਹਾਂ, ਰਸਾਇਣਿਕ ਸੂਤਰ ਲਿਖ ਸਕਦੇ ਹਾਂ। ਯੌਗਿਕਾਂ ਦੇ ਫਾਰਮੂਲੇ ਆ ਗਏ ਤਾਂ ਸਮੀਕਰਨ ਲਿਖ ਸਕਦੇ ਹਾਂ। ਸਮੀਕਰਨ ਪਿੰਜਰ ਇਕੁਏਸ਼ਨ ਲਿਖਣ ਤੋਂ ਬਾਅਦ ਉਹਨੂੰ ਸੰਤੁਲਿਤ ਕਰਨਾ। ਹੁਣ ਮੈਂ 2-4 ਵੱਖਰੀਆਂ ਉਦਾਹਰਨ ਦੇ ਨਾਲ ਸਮੀਕਰਨਾਂ ਸਮਝਾਉਣ ਦੀ ਕੋਸ਼ਿਸ਼। ਦੂਸਰੀ ਉਦਾਹਰਨ ਹੈ ਬੇਰੀਅਮ ਕਲੋਰਾਈਡ ਦੀ ਐਲੂਮੀਨੀਅਮ ਸਲਫੇਟ ਨਾਲ ਕਿਰਿਆ। ਸੋ ਬੇਰੀਅਮ, ਸਭ ਤੋਂ ਪਹਿਲਾਂ ਕੀ ਕਰਨਾ? ਸਭ ਤੋਂ ਪਹਿਲਾਂ ਅਸੀਂ ਇਹਦਾ ਪਿੰਜਰ ਇਕੁਏਸ਼ਨ ਲਿਖਣੀ ਹੈ, ਫਿਰ ਅਸੀਂ ਉਹਨੂੰ ਸੰਤੁਲਿਤ ਕਰਾਂਗੇ, ਯੌਗਿਕਾਂ ਦੇ ਫਾਰਮੂਲੇ ਲਿਖਾਂਗੇ, ਫਿਰ ਅਸੀਂ ਉਹਨੂੰ ਸਮੀਕਰਨ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਸੰਤੁਲਿਤ ਕਰਨ ਦਾ ਤਰੀਕਾ ਹੈ ਉਹ ਹਿੱਟ ਐਂਡ ਟ੍ਰਾਇਲ ਮੈਥਡ, ਤੀਰ ਤੁੱਕਾ ਮੈਥਡ ਅਸੀਂ ਇਸ ਨੂੰ ਪੰਜਾਬੀ ਚ ਆਖਦੇ ਹਾਂ। ਸੋ ਜਿਹੜੀ ਸਮੀਕਰਨ ਅਸੀਂ ਲਿਖਣ ਜਾ ਰਹੇ ਹਾਂ ਉਹ ਹੈ ਬੇਰੀਅਮ ਕਲੋਰਾਈਡ ਦੀ ਕਿਰਿਆ ਅਸੀਂ ਕਰਾਉਣੀ ਹੈ ਐਲੂਮੀਨੀਅਮ ਸਲਫੇਟ ਦੇ ਨਾਲ। सल्फेट नाल किरिया इस उत्पाद बनणगे। सो बेरियम इज Ba क्लोराइड Cl, ਇਹਦੀ ਵੈਲੈਂਸੀ -1 ਹੁੰਦੀ ਹੈ, ਇਹਦੀ +2 ਹੁੰਦੀ ਹੈ। ਇਹ ਇੱਕ ਇੱਧਰ ਆ ਗਿਆ, 2 ਇੱਧਰ ਆ ਗਿਆ, ਸੋ ਇਹਦਾ ਰਸਾਇਣਿਕ ਸੂਤਰ ਬਣ ਗਿਆ BaCl2। ਸੋ ਰਸਾਇਣਿਕ ਸੂਤਰ ਬਾਰੇ ਗਿਆਨ ਬਹੁਤ ਜ਼ਰੂਰੀ ਹੈ। एल्यूमिनियम Al और सल्फेट SO4। सल्फेट ਦੀ ਵੈਲੈਂਸੀ -2 है और एल्यूमिनियम ਦੀ ਵੈਲੈਂਸੀ +3 है। सो ये 3 इधर आ गए, सो 3 सारे ने 3 इस करके ब्रैकेट दा यूज वरतों करनी है, और एल्यूमिनियम 2। सो बेरियम क्लोराइड दी एल्यूमिनियम सल्फेट नाल किरिया ਅਸੀਂ ਸਮਝਾਉਣੀ ਹੈ। सो सब तो पहला मैं अभिकारक रिएक्टेंट लिखे। ਹੁਣ ਇਹਦੇ ਮੈਂ प्रोडक्ट लिखने, प्रोडक्ट बेरियम सल्फेट नाल किरिया कर गया, ਇਹ ਬਣ ਗਿਆ बेरियम सल्फेट। ਹੁਣ ਇਸ ਪਾਸੇ ਸਲਫੇਟ 3 ਹਨ, ਕੀ ਇੱਥੇ ਸਲਫੇਟ ਦੇ 3 ਅਣੂ ਆਣੇ
और बेरियम ਦੇ किस तरह ये भी चेक करनी, क्योंकि बेरियम की वैलेंसी इतने कितनी है 2 और सल्फेट की वैलेंसी कितनी है 2। सो इधर भी 2 इधर भी 2, 2 कॉमन आ रहे हैं, इस करके इधर रासायनिक सूत्र BaSO4 ही बनना है। इतने तीन अणु इससे ब्रैकेट्स नहीं आने जिस तरह इस तरफ। सो जे सानू वैलेंसी बारे ज्ञान है तो ਅਸੀਂ ਇਕੁਏਸ਼ਨ ਨੂੰ ਬੈਲੈਂਸ ਕਰ ਸਕਦੇ ਹਾਂ। ਐਲੂਮੀਨੀਅਮ Al ਇਹਦੀ ਵੈलेंसी 3 है और क्लोराइड Cl ਦੀ ਵੈलेंसी 1 है। इथे एल्यूमीनियम के 2 अणु इथे नहीं आ सकते, इथे की 3 इधर आ गए और एक इधर आ गया। सो इधर रासायनिक सूत्र की बन गया AlCl। सो ये सब चीजां पॉसिबल ता आ अगर सानू वैलेंसी बारे ज्ञान है। ਅਸੀਂ बैलेंस इक्वेशन संतुलित इक्वेशन ਤਾਂ ਹੀ ਕਰ ਸਕਦੇ ਹਾਂ ਜੇ ਸਾਨੂੰ वैलेंसी ਬਾਰੇ ਗਿਆਨ ਹੋਵੇ। ਸੋ वैलेंसी पता है ਅਸੀਂ ਰਸਾਇਣਿਕ ਯੌਗਿਕਾਂ ਦੇ ਰਸਾਇਣਿਕ ਸੂਤਰ ਲਿਖ ਸਕਦੇ ਹਾਂ। ਯੌਗਿਕਾਂ ਦੇ ਰਸਾਇਣਿਕ ਸੂਤਰ ਲਿਖਣ ਤੋਂ ਬਾਅਦ ਅਸੀਂ ਉਸ ਇਕੁਏਸ਼ਨ ਨੂੰ समीकरण बना सकते हैं। समीकरण तो बाद बनाने तो बाद ਅਸੀਂ ਉਹਨੂੰ ਸੰਤੁਲਿਤ ਕਰ ਸਕਦੇ ਹਾਂ। सो ਹੁਣ ਮੈਂ ਇਹਨੂੰ ਪਿੰਜਰ ਇਕੁਏਸ਼ਨ ਲਿਖ ਲਈ ਹੈ, ਹੁਣ ਅਸੀਂ ਇਹਨੂੰ ਸਮੀਕਰਨ ਨੂੰ ਸੰਤੁਲਿਤ ਕਰਨਾ ਹੈ। ਸੰਤੁਲਿਤ ਕਰਨ ਦਾ ਹਿਟ ਐਂਡ ਟ੍ਰਾਇਲ ਮੈਥਡ, ਹਿਟ ਐਂਡ ਟ੍ਰਾਇਲ ਮੈਥਡ ਦੇ ਵਿੱਚ ਕੀ ਕਰਦੇ, ਜਿਹੜਾ ਸਭ ਤੋਂ ਵੱਡਾ ਯੌਗਿਕ ਹੁੰਦਾ ਉਸ ਨੂੰ ਅਸੀਂ ਧਿਆਨ 'ਚ ਰੱਖਦੇ ਹਾਂ। ਸਭ ਤੋਂ ਵੱਡਾ ਯੌਗਿਕ ਕਿੱਥੇ ਆ ਵਾਲਾ। ਸੋ ਇਹਦੇ ਹਿਸਾਬ ਦੇ ਨਾਲ ਬਾਕੀ ਸਾਰੇ ਜਿਹੜੇ ਆ ਯੌਗਿਕ ਅਸੀਂ ਉਹਨਾਂ ਨੂੰ ਬੈਲੈਂਸ ਕਰਨਾ ਹੈ। सो इथे एल्यूमीनियम के 2 अणु ਹਨ, ਇਹਨੂੰ 2 ਨਾਲ ਮਲਟੀਪਲਾਈ ਕਰ ਦਿੱਤਾ, 2 ਨਾਲ ਗੁਣਾ ਕਰ ਦਿੱਤਾ। ਸਲਫੇਟ ਦੇ 3, ਇਹਨੂੰ 3 ਨਾਲ ਗੁਣਾ ਕਰ ਦਿੱਤਾ, ਸਲਫੇਟ ਵੀ 3 ਹੋ ਗਏ, SO4 3 ਹੋ ਗਏ और एल्यूमीनियम ਕਿੰਨੇ ਹੋ ਗਏ 2। ਹੁਣ ਇਹਨਾਂ ਦੇ ਉਤਪਾਦ ਦੇ ਹਿਸਾਬ ਦੇ ਨਾਲ ਅਸੀਂ ਇੱਧਰ ਅਭਿਕਾਰਕਾਂ ਨੂੰ ਬੈਲੈਂਸ ਕਰਨਾ ਹੈ। एल्यूमीनियम बैलेंस कर लिया, सल्फेट बैलेंस कर लिया, बेरियम के 3 अणु हो गए, इसको 3 ਨਾਲ गुणा कर ਦਿੱਤਾ 3 ਨਾਲ। सो बेरियम भी 3 हो गए, क्लोराइड 3 दूनी 6, इधर 2 गुणा 3 6। सो क्लोराइड भी बैलेंस हो गया। सो ये समीकरण जी साडी वो बैलेंस हो गई। और बैलेंस करन समीकरण बैलेंस करन तरीका पिंजर इक्वेशन लिखे, पिंजर इक्वेशन लिख के अभिकारक उत्पाद लिखे, रासायनिक सूत्र लिखे उन्होंने, फिर ਅਸੀਂ ਉਹਨਾਂ ਨੂੰ बैलेंस करने की कोशिश की। बैलेंस करने में हिट एंड ट्रायल का फार्मूला की वरतों की। सब तो पहला जो सब तो बड़ा यौगिक आ उसनूं ध्यान च रखिया, वड्डे यौगिक नूं ध्यान च रख के बाकी दे यौगिक बैलेंस किए। फिर उत्पाद के हिसाब के नाल अभिकारकां नूं बैलेंस किया और जिहड़ी साडी जिहड़ी संतुलित जिहड़ी समीकरण वो तैयार हो गए। जदों असीं समीकरण बैलेंस कर लैंदे हां, संतुलित कर लैंदे हां, तां जिहड़े असीं यौगिक लिखे हैं ਉਹਨਾਂ ਦੀ ਭੌਤਿਕ ਅਵਸਥਾ ਦਾ ਸਮੀਕਰਨ ਵਿੱਚ ਲਿਖਣਾ ਵੀ ਬਹੁਤ ਹੀ ਜ਼ਰੂਰੀ ਹੈ ਕਿ ਜਿਹੜੇ ਅਭਿਕਾਰਕ ਸੀ ਉਹ ਕਿਸ ਅਵਸਥਾ ਸੀਗੇ, ਠੋਸ ਸੀ, ਤਰਲ ਸੀ, ਗੈਸ ਸੀ। ਜਿਹੜੇ ਉਤਪਾਦ ਬਣੇ ਉਹਨਾਂ ਤੋਂ ਉਹ ਕਿਸ ਅਵਸਥਾ ਵਿੱਚ ਹਨ, ਠੋਸ ਆ, ਤਰਲ ਆ, ਗੈਸ ਆ। ਅਸੀਂ ਉਹਨਾਂ ਦੀ ਅਵਸਥਾ ਨੂੰ ਵੀ ਲਿਖਣਾ ਜ਼ਰੂਰੀ ਹੈ। ਜਿਵੇਂ ਦੋ ਸਮੀਕਰਨਾਂ ਬੋਰਡ ਦੇ ਉੱਤੇ ਲਿਖੀਆਂ। ਹਾਈਡਰੋਜਨ ਸਾਨੂੰ ਪਤਾ ਜਿਹੜਾ ਹਾਈਡਰੋਜਨ ਆ ਉਹ ਗੈਸ ਹੈ। सो ब्रैकेट ਦੇ ਵਿੱਚ G लिखना जरूरी है। क्लोरीन ये भी गैस है, क्लोरीन का लिखना गैस भी जरूरी है। हाइड्रोक्लोरिक एसिड HCl हाइड्रोक्लोरिक अम्ल, जो अम्ल तैयार हो रहा है ये भी गैस है, ये भी गैस। सो तीनों अवस्था ਜਿਹੜੀਆਂ ਉਹ बन रही हैं अभिकारकां ਦੀਆਂ उत्पाद ਦੀਆਂ ਉਹ गैस ਦੀ फॉर्म से बन रही हैं। दूसरी समीकरण ਜਿਹੜੀ ਲਿਖੀ है बेरियम क्लोराइड ਨੂੰ ਪਾਣੀ ਵਿੱਚ ਘੋਲਿਆ ਹੈ। ਜਿਹੜੀ ਚੀਜ਼ ਪਾਣੀ ਵਿੱਚ ਘੋਲੀ ਹੁੰਦੀ ਉਹਨੂੰ ਐਕਵਸ ਕਹਿੰਦੇ ਆ, ਐਕਵਸ। एल्यूमीनियम सल्फेट भी पानी में घुलित है, इहनूं असीं कहंदे एक्वस। ये तरल, दोनों तरल। जिहड़ा बेरियम सल्फेट है ये सॉलिड अवस्था ठोस अवस्था में बनता है। ठोस अवस्था ये ठोस अवस्था थल्ले बह जाता जिन्हों असीं अवखेप भी कहंदे, अवखेप। एल्यूमीनियम क्लोराइड ये पानी में घुलिया होता है, एक्वस। इहदे नीचे भी असीं AQ लिखदे, AQ मतलब एक्वस। सो ਜਿਹੜੇ ਸਿੰਬਲ ਅਸੀਂ ਯੂਜ਼ ਕਰਦੇ ਹਾਂ, G मतलब ਹੁੰਦਾ ਹੈ ਗੈਸ, ਗੈਸ। AQ मतलब ਪਾਣੀ ਵਿੱਚ ਘੁਲਿਤ और S मतलब ਹੁੰਦਾ ਹੈ ਠੋਸ, ठोस। और जेकर किसी रासायनिक सूत्र नाल L लिखा है, L मतलब प्योर फॉर्म्स है और केड़ी फॉर्म्स है वो तरल। घुलित और तरल, तरल मतलब वो प्योर फॉर्म प्योर, और AQ मतलब वो पानी में घुलिया होया है। दोनों तरल हैं
पर घुलित और तरल च फर्क ही है। ये प्योर अवस्था एक सिंगल अवस्था च हुंदा, प्योर अवस्था प्योर स्टेट च, और एक ही मतलब वो पानी विच घुलिया होया है। समीकरण लिखनियां, उन्होंने संतुलित करना, उन्हां दियां फिजिकल स्टेट्स ठोस तरल गैस लिखना, ये सब चीजें जो तुसीं लिख देने हैं तो साडी जिहड़ी समीकरण हो जाती है संतुलित हो जाती है। एक होर समीकरण लिख के असी समीकरण नूं बैलेंस करन दी जिहड़ी लड़ी आ उहनूं जारी रखीए। सोडियम दी पानी नाल किरिया, सोडियम दी पानी नाल किरिया, ये क्रिया बहुत ही इंटरेस्टिंग है, बहुत इंटरेस्टिंग, पर इस क्रिया को बहुत ही ध्यान नाल करना, बहुत ही ध्यान नाल। सोडियम एक अति ज्वलनशील पदार्थ है। सोडियम पानी नाल क्रिया करके हाइड्रोजन गैस की उत्पत्ति करता है। जिहड़ी हाइड्रोजन गैस है बहुत ही ज्वलनशील गैस है, बहुत ज्यादा ज्वलनशील, एकदम अग पकड़ लैंदी, जिस तरह हवा जाती है इहनूं अग लग जाती है। सो ये वाली क्रिया हमेशा टीचर दी प्रेजेंस विच, अपने अध्यापक दी प्रेजेंस विच ही करनी है। कदी भी सोडियम नूं अपनी साइंस प्रयोगशाला लैब चों चक के सिंक विच नहीं सुटना। बहुत ही तेजी नाल हाइड्रोजन गैस निकलती है जो सिर्फ पानी नाल क्रिया होंदी है, और वो ज्वलनशील गैस अग पकड़ लैंदी है, कुछ भी कर सकती है। सो ध्यान नाल क्रिया करनी है। सोडियम, सोडियम का रासायनिक सूत्र Na, ये ठोस अवस्था में है S, पानी का रासायनिक सूत्र H2O, क्योंकि पानी प्योर, इस करके इहदे नाल L लिखना, L मतलब प्योर लिक्विड, और जो ही आपस क्रिया करते हैं इस तो बनता सोडियम हाइड्रोक्साइड और नाल गैस निकलती H2 गैस, हाइड्रोजन गैस। सोडियम पानी नाल क्रिया करके सोडियम हाइड्रोक्साइड, हम सोडियम हाइड्रोक्साइड पानी च घुलिया है, इत्थे AQ आएगा, AQ एक्वस, और जिहड़ी हाइड्रोजन है वो गैस अवस्था च बन रही है, इत्थे क्या आएगा G। सो ठोस तरल घुलित गैस, ये सब चीजें असं लिखनी है। हुण असं इहनूं बैलेंस करना, इक्वेशन नूं बैलेंस। सो बैलेंस करते समय देखना सब तो बड़ा यौगिक किहड़ा है, NaOH, Na इधर एक बैलेंस, H इधर 2 इधर H 1 ते 1 2 बैलेंस, O इधर एक बैलेंस। सो सारे तत्व बराबर हैं, सोडियम 1 हाइड्रोजन 2 ऑक्सीजन 1। सो ये संतुलित समीकरण है, संतुलित अवस्थाओं भी लिख देती है। रिएक्टेंट इधर सोडियम 3 है, हाइड्रोजन 3 हाइड्रोजन। सो हाइड्रोजन बैलेंस नहीं सी, हाइड्रोजन को बैलेंस करना जरूरी है, हाइड्रोजन को। इधर H इनू 2 नाल गुणा कर देती, 2 नाल, इधरले पासे 2 आ गए, 2 सोडियम, O 2 हो गए, इन 2 नाल मल्टीप्लाई कर देता, H कितने हो गए 2 और 2 4। हुण ये समीकरण बैलेंस है। सोडियम 2 हाइड्रोजन 4। सो पहला की पढ़ रहे सी असी, इधर 2 सी इधर 3 सन, सो बैलेंस नहीं सी समीकरण। हुण समीकरण की हो गई बैलेंस। अवस्थावां भी लिख देती हैं, सारे तत्व 2 सोडियम 4 हाइड्रोजन 2 ऑक्सीजन। सो इस समीकरण जिहड़ी होगी हो गई संतुलित। सो इस तरह रासायनिक क्रिया की होंदी है, रासायनिक क्रिया किवें पता चलती है कि रासायनिक क्रिया हो रही है, भौतिक अवस्था चेंज हो रही है, गैस पैदा हो रही है, या तापमान च वाधा हो रहा है, या तापमान घट रहा है। उस रासायनिक समीकरण जिन्हां विच तापमान वध जाता है उन्होंने ताप निकासी एक्सोथर्मिक रिएक्शंस आखदे हन। जिन्हां विच ताप सोखित हुंदा है उन्होंने असीं एंडोथर्मिक या ताप सोखी रासायनिक क्रिया कहते हैं। सानूं पता चल जाता रासायनिक क्रिया हो रही है। रासायनिक क्रिया जो भी रासायनिक क्रिया करनी है हमेशा ध्यान नाल, क्योंकि सारिया रासायनिक क्रिया स्लो रिएक्शंस नहीं होंदियां, कई फास्ट होंदियां, बहुत तेजी नाल चलदियां, जिहड़ियां नुकसानदायक भी हो सकदियां हन अगर वो ध्यान नाल ना कीतियां जाण। रासायनिक क्रिया दे विच समीकरणों का लिखना भी आना चाहिए आपां नूं। रासायनिक समीकरण अभिकारक उत्पाद बनाउंदे हन। पहला पिंजर समीकरण लिखनी है,
ਪਿੰਜਰ ਸਮੀਕਰਨ ਤੋਂ ਬਾਅਦ ਉਹਨੂੰ ਬੈਲੈਂਸ ਕਰਨਾ ਹੈ। ਭੌਤਿਕ ਅਵਸਥਾ ਵੀ ਲਿਖਣੀ ਜ਼ਰੂਰੀ ਹੈ, ਵੈਲੈਂਸੀਜ਼ ਬਾਰੇ ਚਾਹੀਦਾ ਨੌਲੇਜ ਚਾਹੀਦੀ ਹੈ। ਸੋ ਇਸ ਤਰ੍ਹਾਂ ਅਸੀਂ ਸਮੀਕਰਨਾਂ ਨੂੰ ਅਸੀਂ ਬੈਲੈਂਸ ਕਰ ਸਕਦੇ ਹਾਂ।